गुड मॉर्निंग स्टूडेंट्स। बेटा सिक्स चैप्टर 5 कर रहे हैं द जेंडर इनइक्वालिटी। ਉਹਦਾ ਨੈਕਸਟ ਸਬ ਟੌਪਿਕ ਕਰ ਰਹੇ ਹਾਂ ਡਿਸੀजन ਮੇਕਿੰਗ। ਕਹਿੰਦਾ ਇਨ ਮੋਸਟ ਸੋਸਾਇਟੀਜ਼ ਮੈਨ ਇੰਜੋਏ ਮੋਰ ਡਿਸੀजन ਮੇਕਿੰਗ ਪਾਵਰ ਦੈਨ ਵੀਮਨ ਡੂ। ਜ਼ਿਆਦਾਤਰ ਸੁਸਾਇਟੀਜ਼ ਵਿੱਚ ਕੀ ਹੈ ਹਿੰਦੁਸਤਾਨ ਦੇ ਵਿੱਚ ਕਿ ਔਰਤਾਂ ਨੂੰ ਡਿਸੀजन ਲੈਣ ਦਾ ਬਹੁਤ ਘੱਟ ਹੱਕ ਹੁੰਦਾ ਪਰਿਵਾਰ ਦੇ ਵਿੱਚ, ਔਰ ਸਾਰੇ ਡਿਸੀजन ਮੇਲ ਮੈਂਬਰ ਹੀ ਲੈਂਦੇ ਆ, ਆਦਮੀ ਲੈਂਦੇ ਆ। In families, men usually make most of the important decisions. Usually, men also hold most of the important posts in offices and government bodies. ਘਰ ਦੇ ਵਿੱਚ ਤਾਂ ਉਹ ਡਿਸੀजन ਕਰਦੇ ਆ, ਈਵਨ ਜੌਬਸ ਦੇ ਉੱਪਰ ਵੀ ਜ਼ਿਆਦਾ ਮੇਲ ਡਿਸੀजन ਕਰਦੇ ਨੇ, ਕਿਉਂਕਿ ਮੇਨ ਪੋਸਟ ਦੇ ਉੱਪਰ ਮੈਨ ਹੀ ਹੁੰਦਾ ਹੈ, ਚਾਹੇ ਉਹ ਕੋਈ ਆਫਿਸ ਹੋਵੇ ਜਾਂ ਗਵਰਨਮੈਂਟ ਬੋਡੀ ਹੋਵੇ। ਇਨ ਇੰਡੀਆ ਪੋਸਟਸ ਆਰ ਰਿਜ਼ਰਵਡ ਫॉर women in some government bodies to give more decision making power to women। ਹਾਲਾਂਕਿ ਆਜ਼ਾਦੀ ਤੋਂ ਬਾਅਦ ਸਰਕਾਰ ਨੇ ਕੁਝ ਜਿਹੜੀਆਂ ਪੋਸਟਾਂ ਨੇ ਉਹ ਔਰਤਾਂ ਵਾਸਤੇ ਰਿਜ਼ਰਵ ਕੀਤੀਆਂ ਨੇ ਗਵਰਨਮੈਂਟ ਜੌਬ ਦੇ ਵਿੱਚ, ਤਾਂ ਕਿ ਔਰਤਾਂ ਨੂੰ ਵੀ ਡਿਸੀजन ਮੇਕਿੰਗ ਦੇ ਵਿੱਚ ਹਿੱਸਾ ਮਿਲੇ। ਇਕਨੋਮਿਕ ਐਸਪੈਕਟ ਦੀ ਗੱਲ ਕਰਾਂਗੇ ਕਿ ਔਰਤਾਂ ਦੀ ਇਕਨੋਮਿਕ ਡਿਵੈਲਪਮੈਂਟ ਕਿੰਨੀ ਕੁ ਹੋਈ ਹੈ। ਦ ਪੋਜੈਸ਼ਨ ਆਫ ਮਨੀ ਐਂਡ ਪ੍ਰੋਪਰਟੀ ਮੇਕਸ ਏ ਪਰਸਨ ਇਕਨੋਮਿਕਲੀ ਸੈਲਫ ਸਫੀਸ਼ੀਐਂਟ। ਜਿਹੜੇ ਬੰਦੇ ਦਾ ਪੈਸੇ ਉੱਪਰ ਕੰਟਰੋਲ ਹੋਏਗਾ ਉਹ ਸੈਲਫ ਸਫੀਸ਼ੀਐਂਟ ਹੁੰਦਾ ਹੈ, ਆਪਣਾ ਖਰਚਾ ਖੁਦ ਕਰ ਸਕਦਾ ਹੈ। ਇਟ ਆਲਸੋ ਗਿਵਸ ਦ ਪਰਸਨ ਦ ਪਾਵਰ ਟੂ ਮੇਕ ਹਿਜ਼ ਔਰ ਹਰ ਓਨ ਡਿਸੀजनस। ਇਹਦੇ ਨਾਲ ਬੰਦੇ ਨੂੰ ਇਹ ਵੀ ਪਾਵਰ ਮਿਲਦੀ ਹੈ ਕਿ ਉਹ ਇੰਡੀਪੈਂਡੈਂਟਲੀ ਆਪਣੇ ਸਾਰੇ ਡਿਸੀजन ਲੈ ਸਕੇ ਅਗਰ ਕਿਸੇ ਕੋਲ ਪੈਸੇ ਨੇ ਤਾਂ। ਲੇਕਿਨ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਕਿ ਔਰਤਾਂ ਨੂੰ ਘਟੀਆ ਸਮਝਦੇ ਨੇ, ਔਰ ਇਹ ਮੰਨਿਆ ਜਾਂਦਾ ਹੈ ਕਿ ਦੇ ਆਰ ਡਿਪੈਂਡ ਔਨ ਮੈਨ ਫॉर ਮਨੀ ਐਂਡ ਅਲਾਓ ਮੈਨ ਟੂ ਮੇਕ ਡਿਸੀजनस ਫॉर them। ਔਰ ਕਈ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਔਰਤ ਨੂੰ ਹਮੇਸ਼ਾ ਬੰਦਿਆਂ ਕੋਲੋਂ ਪੈਸਾ ਮੰਗਣੇ ਚਾਹੀਦੇ ਨੇ, ਔਰ ਜੋ ਮਰਦ ਕਹਿੰਦੇ ਨੇ ਉਹੀ ਕਰਨਾ ਚਾਹੀਦਾ ਹੈ, ਜੋ ਕਿ ਗਲਤ ਹੈ। ਐਸੀ ਸੁਸਾਇਟੀਜ਼ ਦੇ ਵਿੱਚ ਕੁਛ ਕਸਟਮਸ ਨੇ, ਰੀਤੀ ਰਿਵਾਜ ਨੇ ਜਿਹੜੇ ਕਿ ਔਰਤਾਂ ਨੂੰ ਜਿਹੜਾ ਹੈ ਬਾਹਰ ਕੰਮ ਕਰਨ ਤੋਂ ਰੋਕਦੇ ਨੇ, ਔਰ ਨਾ ਹੀ ਔਰਤਾਂ ਨੂੰ ਕੋਈ ਪ੍ਰੋਪਰਟੀ ਦੇ ਮਾਲਕ ਬਣ ਦਿੱਤਾ ਜਾਂਦਾ ਹੈ, ਜੋ ਕਿ ਗਲਤ ਹੈ। ਓਨਰਸ਼ਿਪ ਰਾਈਟ ਦੀ ਗੱਲ ਕਰਾਂਗੇ ਕਿ ਪ੍ਰੋਪਰਟੀ ਦਾ ਰਾਈਟ ਹੈ ਔਰਤਾਂ ਨੂੰ ਜਾਂ ਨਹੀਂ ਹੈ। ਇਨ ਸਮ ਸੁਸਾਇਟੀਜ਼ ਇਟ ਇਜ਼ ਕੰਸੀਡਰਡ ਇੰਪ੍ਰੋਪਰ ਫॉर women ਟੂ ਇਨਹੈਰਿਟ ਪ੍ਰੋਪਰਟੀ ਸਪੈਸ਼ਲੀ ਇਨ ਦ ਫੈਮਲੀਜ਼ ਲੈਂਡ ਐਂਡ। ਕੁਛ ਲੋਕ ਐਸੇ ਨੇ ਜੋ ਕਿ ਅਨਪੜ੍ਹ ਨੇ ਔਰ ਸੋਚਦੇ ਨੇ ਕਿ ਔਰਤ ਦਾ ਪ੍ਰੋਪਰਟੀ 'ਤੇ ਕੋਈ ਹੱਕ ਨਹੀਂ ਹੈ, ਖਾਸ ਕਰ ਪਰਿਵਾਰ ਦੀ ਜ਼ਮੀਨ ਔਰ ਘਰ ਦੇ ਵਿੱਚ। ਫੈਮਿਲੀ ਬਿਜ਼ਨਸਿਸ ਆਰ ਆਲਸੋ ਯੂਜਲੀ ਪਾਸ ਟੂ ਸਨਸ ਨੋਟ ਟੂ ਡਾਟਰਸ। ਔਰ ਅਕਸਰ ਫੈਮਿਲੀ ਦਾ ਬਿਜ਼ਨਸ ਔਰ ਘਰ ਜਿਹੜਾ ਹੈ ਉਹ ਲੜਕਿਆਂ ਨੂੰ ਦੇ ਦਿੱਤਾ ਜਾਂਦਾ ਹੈ, ਲੜਕੀ ਨੂੰ ਕਦੇ ਨਹੀਂ ਦਿੱਤਾ ਜਾਂਦਾ ਪਿਤਾ ਤੋਂ ਬਾਅਦ। ਸੱਚ ਟ੍ਰੈਡੀਸ਼ਨਸ ਆਰ ਫੋਲੋਡ ਇਨ ਮੈਨੀ ਇੰਡੀਅਨ ਫੈਮਲੀਜ਼। ਬਹੁਤ ਸਾਰੇ ਹਿੰਦੁਸਤਾਨੀ ਪਰਿਵਾਰ ਇਹਨੂੰ ਫੋਲੋ ਕਰਦੇ ਆ, ਬਟ ਗਲਤ ਹੈ। ਬਟ ਇਨ ਸਮ ਫੈਮਲੀਜ਼ ਆਫ ਕੇਰਲਾ ਐਂਡ ਨਾਰਥ ਈਸਟਰਨ ਇੰਡੀਆ ਪ੍ਰੋਪਰਟੀ ਪਾਸਿਸ ਫਰੋਮ ਮਦਰ ਟੂ ਡਾਟਰ। ਲੇਕਿਨ ਕੁਛ ਏਰੀਆਜ਼ ਐਸੇ ਹਨ, ਕੁਛ ਪਰਿਵਾਰ ਐਸੇ ਹਨ ਕੇਰਲਾ ਔਰ ਨਾਰਥ ਈਸਟਰਨ ਇੰਡੀਆ ਦੇ, ਜਿੱਥੇ ਕਿ ਉਹ ਆਪਣੀ ਪ੍ਰੋਪਰਟੀ ਜਿਹੜੀ ਹੈ, ਮਦਰ ਦੀ ਪ੍ਰੋਪਰਟੀ ਜਿਹੜੀ ਹੈ ਉਹ ਬੇਟੀ ਨੂੰ ਦੇ ਦਿੰਦੇ ਆ। ਆਲਸੋ ਦ ਲਾਅ ਨਾਓ ਗਿਵਸ ਇਕੁਅਲ ਰਾਈਟਸ ਟੂ ਮੈਨ ਐਂਡ ਵੀਮਨ ਇਨ ਦ ਮੈਟਰ ਆਫ ਇਨਹੈਰਿਟਿੰਗ ਐਂਡ ਓਨਿੰਗ ਪ੍ਰੋਪਰਟੀ। ਹੁਣ ਤਾਂ ਕਾਨੂੰਨ ਵੀ ਬਣ ਗਿਆ ਹੈ ਕਿ ਜਿਹੜੀ ਪ੍ਰੋਪਰਟੀ ਹੈ ਮਾਤਾ ਪਿਤਾ ਦੀ ਉਹ ਬਰਾਬਰ ਰੂਪ ਦੇ ਵਿੱਚ ਜਿਹੜੀ ਹੈ ਮੁੰਡਿਆਂ ਅਤੇ ਕੁੜੀਆਂ ਨੂੰ ਮਿਲਦੀ ਹੈ। ਜੈਂਡਰ ਬੇਸਡ ਡਿਵੀਜ਼ਨ ਆਫ ਲੇਬਰ। ਸੋ ਅਸੀਂ ਇਹਦੇ 'ਚ ਦੇਖਾਂਗੇ ਕਿ ਜਿਹੜਾ ਕੰਮ ਦਾ ਅਧਿਕਾਰ ਹੈ ਕਿ ਉਹ ਬਰਾਬਰ ਹੈ ਮਰਦਾਂ ਅਤੇ ਔਰਤਾਂ ਨੂੰ। ਇਨ ਆਲ ਫੈਮਲੀਜ਼ ਡਿਫਰੈਂਟ ਮੈਂਬਰਸ ਡੂ ਡਿਫਰੈਂਟ ਟਾਈਪਸ ਆਫ ਵਰਕ। ਪਰਿਵਾਰ ਦੇ ਵਿੱਚ ਹਰ ਇੱਕ ਮੈਂਬਰ ਵੱਖਰਾ ਵੱਖਰਾ ਕੰਮ ਕਰਦਾ ਹੈ। ਇਨ ਅ ਸੋਸਾਇਟੀ ਦੈਟ ਵਾਂਟਸ ਟੂ ਕੀਪ women financially dependent on men, the gender role of woman within her family is to do the housework and look after the family members. She is discouraged to work for earning the money. ਕੁਛ ਪਰਿਵਾਰ ਐਸੇ ਨੇ ਜਿੱਥੇ ਕਿ ਔਰਤ ਨੂੰ ਘਟੀਆ ਸਮਝਿਆ ਜਾਂਦਾ ਹੈ ਅਤੇ ਔਰਤਾਂ ਨੂੰ ਜਿਹੜਾ ਹੈ ਉਹ ਸਿਰਫ ਘਰ ਦੇ ਕੰਮਾਂ ਵਿੱਚ ਲਗਾਇਆ ਜਾਂਦਾ ਹੈ, ਔਰ ਔਰਤਾਂ ਨੂੰ ਜਿਹੜਾ ਹੈ ਬਾਹਰ ਜੌਬ ਕਰਨ ਤੋਂ ਰੋਕਿਆ ਜਾਂਦਾ ਹੈ। ਵੈਨ ਅ ਵੂਮਨ ਚੂਜ਼ਿਸ ਟੂ ਵਰਕ ਟੂ ਅਰਨ ਮਨੀ ਹਰ ਜੌਬ ਇਜ਼ ਕੰਸੀਡਰਡ ਟੂ ਬੀ ਲੈਸ ਇੰਪੋਰਟੈਂਟ ਦੈਨ ਹਰ ਹਾਊਸ ਹੋਲਡ ਡਿਊਟੀਜ਼। ਅਗਰ ਕੋਈ ਔਰਤ ਜਿਹੜੀ ਹੈ ਉਹ ਕਹਿੰਦੀ ਹੈ ਕਿ ਮੈਂ ਬਾਹਰ ਜਾ ਕੇ ਕੰਮ ਕਰਨਾ, ਪੈਸੇ ਕਮਾਉਣੇ ਹੈ, ਤਾਂ ਉਹਨੂੰ ਰੋਕਿਆ ਜਾਂਦਾ ਹੈ। ਉਹਨੂੰ ਕਿਹਾ ਜਾਂਦਾ ਹੈ ਕਿ ਤੇਰਾ ਮੇਨ ਕੰਮ ਘਰ ਦਾ ਕੰਮ ਕਰਨਾ ਹੈ। is allowed to do job only if she manages to do it without neglecting the housework। ਪਰ ਉਹਨੂੰ ਕਿਹਾ ਜਾਂਦਾ ਜੇ ਤੂੰ ਬਾਹਰ ਜੌਬ ਕਰਨੀ ਹੈ ਨਾਲ ਘਰ ਦਾ ਕੰਮ ਵੀ ਕਰਨਾ ਪਏਗਾ। in many families men do a part of the housework, however doing housework is not considered compulsory for women as it is for women। ਸੋ ਕਹਿੰਦਾ ਹੈ ਕਿ ਔਰਤਾਂ ਵਾਸਤੇ ਜ਼ਰੂਰੀ ਹੈ ਕਿ ਜੌਬ ਦੇ ਨਾਲ ਘਰ ਦਾ ਕੰਮ ਵੀ ਕਰਨ, ਲੇਕਿਨ ਮਰਦਾਂ ਵਾਸਤੇ ਜ਼ਰੂਰੀ ਨਹੀਂ ਹੈ ਕਿ ਉਹ ਨਾਲ ਘਰ ਦਾ ਕੰਮ ਵੀ ਕਰਨ, ਜੋ ਕਿ ਗਲਤ ਹੈ। Even when a woman is allowed to earn, she is often expected to choose a job that fetches lower earnings than those of the men of the family। ਕਈ ਵਾਰੀ ਕੀ ਹੁੰਦਾ, ਕਈ ਪਰਿਵਾਰਾਂ 'ਚ ਇੱਦਾਂ ਹੁੰਦਾ ਹੈ ਕਿ ਅਗਰ ਲੜਕੀ ਨੇ ਬਾਹਰ ਕੰਮ ਕਰਨਾ ਵੀ ਹੈ ਤਾਂ ਉਹ ਕਹਿੰਦੇ ਨੇ ਕਿ ਤੂੰ ਛੋਟੀ ਮੋਟੀ ਜੌਬ ਕਰ ਲੈ ਜਿੱਥੇ ਥੋੜ੍ਹੇ ਬਹੁਤ ਪੈਸੇ ਹੋਣ। ਐਂਡ often the men of the family decide how a woman's earnings should be spent। ਹਾਲਾਂਕਿ ਪੈਸੇ ਲੜਕੀ ਨੇ ਕਮਾਏ ਹੁੰਦੇ ਆ, ਲੇਕਿਨ
ਉਹਨਾਂ ਦੇ ਹਸਬੈਂਡ ਜਿਹੜੇ ਨੇ ਉਹ ਡਿਸਾਈਡ ਕਰਦੇ ਨੇ ਕਿ ਪੈਸਾ ਔਰਤ ਦਾ ਕਮਾਇਆ ਹੋਇਆ ਕਿੱਥੇ ਖਰਚਿਆ ਜਾਏਗਾ। ਮਤਲਬ ਕਈ ਵਾਰੀ ਕੀ ਹੁੰਦਾ ਹੈ ਕਿ ਪੈਸੇ ਲੜਕੀ ਕਮਾ ਰਹੀ ਹੈ ਅਤੇ ਉਹਦਾ ਹਸਬੈਂਡ ਜਿਹੜਾ ਉਹ ਡਿਸਾਈਡ ਕਰਦਾ ਕਿ ਉਹਦੇ ਪੈਸੇ ਉਹ ਕਿੱਥੇ ਵਰਤੇਗਾ, ਜੋ ਗਲਤ ਹੈ। ਨਾਓ ਡੇਜ਼ ਕੁਆਇਟ ਅ ਫਿਊ women are taking up jobs that were earlier done only by men। ਕਹਿਣ ਦਾ ਮਤਲਬ ਕਿ ਕੁਝ ਜੌਬਸ ਜਿਹੜੀਆਂ ਪਹਿਲਾਂ ਸਿਰਫ ਮੇਲ ਕਰਦੇ ਹੁੰਦੇ ਸੀਗੇ, ਮੈਨ ਕਰਦੇ ਹੁੰਦੇ ਸੀ, ਅੱਜ ਕੱਲ੍ਹ ਉਹ ਜੌਬਸ ਹੁਣ ਔਰਤਾਂ ਵੀ ਪੜ੍ਹ ਲਿਖ ਕੇ ਕਰ ਰਹੀਆਂ ਨੇ। ਹਾਂਜੀ, ਨੈਕਸਟ ਟੌਪਿਕ ਦੇਖਦੇ ਹਾਂ, ਨੋਨ ਰੈਕੋਗਨੀਸ਼ਨ ਆਫ ਵਿਮਨਸ ਲੇਬਰ, ਕਿ ਔਰਤਾਂ ਦੇ ਕੰਮ ਨੂੰ ਕੰਮ ਹੀ ਨਹੀਂ ਸਮਝਿਆ ਜਾਂਦਾ, ਉਹਨਾਂ ਦੀ ਰਿਸਪੈਕਟ ਨਹੀਂ ਹੁੰਦੀ। often the work done by women is considered to be of no value because it doesn't fetch money। ਔਰਤਾਂ ਘਰ 'ਚ ਕਿੰਨਾ ਕੰਮ ਕਰਦੀਆਂ ਨੇ ਸਾਰਾ ਦਿਨ, ਲੇਕਿਨ ਉਹਨਾਂ ਦੀ ਕੋਈ ਵੈਲਿਊ ਨਹੀਂ, ਕਿਉਂਕਿ ਇਸ ਪੈਸੇ ਨਾਲ ਇਸ ਕੰਮ ਦੇ ਨਾਲ ਉਹਨਾਂ ਨੂੰ ਪੈਸਾ ਨਹੀਂ ਮਿਲਦਾ। in the house women are expected to cook and clean, shop for groceries, care for the children and so on। ਕਿੰਨਾ ਕੰਮ ਕਰਦੀਆਂ ਨੇ, ਬੱਚਿਆਂ ਦੀ ਦੇਖਭਾਲ ਕਰਨੀ, ਖਾਣਾ ਬਣਾਉਣਾ, ਸਫਾਈ ਕਰਨੀ। some women especially in villages also have to fetch water and firewood। ਪਿੰਡਾਂ 'ਚ ਕਈ ਔਰਤਾਂ ਐਸੀਆਂ ਵੀ ਨੇ ਜੋ ਬਾਹਰ ਵੀ ਕੰਮ ਕਰਦੀਆਂ ਨੇ, ਜਿਵੇਂ ਕਿ ਪਾਣੀ ਲਿਆਉਣਾ, ਬਾਲਣ ਲਈ ਲੱਕੜੀ ਲਿਆਉਣੀ। ਇਹਦੇ ਨਾਲ ਨਾਲ women are expected to help in the family's economic activities which could be working in the fields, grazing animals, selling goods or running the family business। ਕਈ ਔਰਤਾਂ ਐਸੀਆਂ ਨੇ ਜਿਹੜੀਆਂ ਆਪਣੇ ਪਤੀ ਦੇ ਨਾਲ ਖੇਤਾਂ ਵਿੱਚ ਵੀ ਹੱਥ ਵਟਾਉਂਦੀਆਂ ਨੇ। ਠੀਕ ਹੈ ਜੀ, ਜਿਵੇਂ ਪਿੰਡਾਂ ਦੇ ਵਿੱਚ ਅਕਸਰ ਜਿਹੜੀਆਂ ਨੇ ਔਰਤਾਂ ਉਹ ਜਿਹੜੇ ਹੁੰਦੇ ਆ ਮੱਝਾਂ ਗਾਵਾਂ, ਉਹਨਾਂ ਨੂੰ ਪੱਠੇ ਵੀ ਪਾਉਂਦੀਆਂ ਨੇ ਫੋਰ ਐਗਜ਼ਾਮਪਲ। ਸੋ ਕਿੰਨਾ ਕੰਮ ਕਰਦੀਆਂ ਨੇ ਉਹ, ਕਈ ਬਿਜ਼ਨਸ ਚਲਾਉਂਦੀਆਂ ਨੇ, ਕੋਈ ਸ਼ੌਪ ਚਲਾਉਂਦੀ ਹੈ, ਕੋਈ ਜਾਨਵਰਾਂ ਨੂੰ ਚਾਰ ਕੇ ਲੈ ਕੇ ਆਉਂਦੀ ਹੈ। all this work is very important for the family's well-being and it needs as much labor as the men do। ਸੋ ਕਹਿੰਦਾ ਕਿ ਜਿਹੜਾ ਕੰਮ ਕਰਦੀਆਂ ਨੇ ਕਿੰਨਾ ਇੰਪੋਰਟੈਂਟ ਹੈ ਫੈਮਿਲੀ ਵਾਸਤੇ। but this work is not regarded as the work at all because it doesn't bring any money for the family। the money saved by the family because of this work is seldom taken into account। ਸੋ ਕਹਿੰਦਾ ਹੈ ਕਿ ਇਸ ਕੰਮ ਨੂੰ ਕੰਮ ਹੀ ਨਹੀਂ ਸਮਝਦੇ, ਕਿਉਂਕਿ ਉਹ ਸੋਚਦੇ ਆ ਕਿ ਤੂੰ ਕਿਹੜੇ ਪੈਸੇ ਕਮਾ ਰਹੀ ਹੈ ਬਾਹਰ ਜੌਬ ਕਰਕੇ। ਮਨੀ ਸੇਵਡ ਬਾਏ ਦਾ ਫੈਮਿਲੀ ਬਿਕਾਜ਼ ਆਫ ਦਿਸ ਵਰਕ ਇਜ਼ ਸੈਲਡਮ ਟੇਕਨ ਇਨਟੂ ਅਕਾਊਂਟ। ਹਾਲਾਂਕਿ ਉਹਦੇ ਕੰਮ ਦੇ ਨਾਲ ਪਰਿਵਾਰ ਦਾ ਕਿੰਨਾ ਪੈਸਾ ਬਚ ਰਿਹਾ, ਕੋਈ ਨੌਕਰ ਨਹੀਂ ਰੱਖਣਾ ਪੈ ਰਿਹਾ, ਲੇਕਿਨ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਕਰਦਾ। ਇਨ ਮੋਸਟ ਸੋਸਾਇਟੀਜ਼ ਵਿਮਨਸ ਲੇਬਰ ਇਜ਼ ਨਾਓ ਗਿਵਨ ਸਮ ਇੰਪੋਰਟੈਂਸ। ਇਨ ਇੰਡੀਆ women now have the legal right to work and the right to earn fair wages। ਹਾਲਾਂਕਿ ਕੁਛ ਹੁਣ ਹਾਲਾਤ ਬਦਲ ਰਹੇ ਨੇ, ਉਸ ਜਗ੍ਹਾ ਦੇ ਉੱਪਰ ਔਰਤਾਂ ਦੀ ਮਿਹਨਤ ਨੂੰ ਜਿਹੜਾ ਹੈ ਰਿਸਪੈਕਟ ਦਿੱਤੀ ਜਾ ਰਹੀ ਹੈ, ਔਰ ਹੁਣ ਔਰਤਾਂ ਦੇ ਕੋਲ ਲੀਗਲ ਰਾਈਟ ਹੈ, ਕਾਨੂੰਨੀ ਰਾਈਟ ਹੈ ਕੰਮ ਕਰਨ ਦਾ ਔਰ ਪੈਸੇ ਕਮਾਉਣ ਦਾ। The government runs various schemes to help women become economically independent। ਸਰਕਾਰ ਬਹੁਤ ਸਾਰੀਆਂ ਸਕੀਮਸ ਚਲਾ ਰਹੀ ਹੈ ਕਿ ਔਰਤਾਂ ਬਾਹਰ ਆਉਣ ਘਰ ਤੋਂ ਔਰ ਆਪਣਾ ਕੰਮ ਕਰ ਸਕਣ। ਵਿਮਨਸ ਰਾਈਟਸ, ਔਰਤਾਂ ਦੇ ਕੀ ਰਾਈਟਸ ਨੇ, ਕੀ ਹੱਕ ਨੇ। ਇਨ ਇੰਡੀਆ women now have equal rights as men। ਅੱਜ ਔਰਤਾਂ ਦੇ ਕੋਲ ਬਰਾਬਰ ਹੱਕ ਨੇ ਮਰਦਾਂ ਦੇ ਬਰਾਬਰ, at least formally, ਘੱਟੋ ਘੱਟ ਸੰਵਿਧਾਨ ਦੇ ਰਾਹੀਂ। there are also special laws to protect women from physical and mental torture at home, from harassment at work and in educational institutions। ਹਰ ਜਗ੍ਹਾ ਦੇ ਉੱਪਰ ਸਰਕਾਰ ਜਿਹੜੀ ਹੈ ਔਰਤਾਂ ਨੂੰ ਬਚਾਉਣ ਲਈ ਵਚਨਬੱਧ ਹੈ, ਚਾਹੇ ਉਹ ਸਕੂਲ ਕਾਲਜ ਹੋਣ, ਚਾਹੇ ਉਹ ਆਫਿਸ ਹੋਵੇ, ਚਾਹੇ ਉਹ ਘਰ ਹੋਵੇ, ਔਰਤਾਂ 'ਤੇ ਕੋਈ ਜ਼ੁਲਮ ਨਹੀਂ ਕਰ ਸਕਦਾ। there are laws to punish those who demand dowry। ਜੋ ਦਹੇਜ ਦੀ ਮੰਗ ਕਰਦੇ ਨੇ, ਦਾਜ ਦੀ ਮੰਗ ਕਰਦੇ ਨੇ, ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੁੰਦੀ ਹੈ। all this has become possible because of campaigns by people and organizations that work for women's welfare। ਇਸ ਲਈ ਸੰਭਵ ਹੋ ਪਾਇਆ ਹੈ ਕਿਉਂਕਿ ਕੁਝ ਲੋਕਾਂ ਨੇ ਔਰਤਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। these people and organizations spread awareness about the difficulties that women face। ਸੋ ਐਸੇ ਕੁਝ ਆਰਗੇਨਾਈਜੇਸ਼ਨ ਬਣੇ ਨੇ ਜੋ ਔਰਤਾਂ ਦੇ ਹੱਕ ਦੀ ਆਵਾਜ਼ ਉਠਾ ਰਹੇ ਨੇ ਔਰ ਔਰਤਾਂ ਨੂੰ ਦੀ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। they draw attention to women's problems by writing articles, speaking at public rallies and meetings and by organizing poster campaigns, street plays। ਸੋ ਐਸੇ ਸਮਾਜ ਸੇਵੀ ਲੋਕ ਨੇ ਜੋ ਔਰਤਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਆਰਟੀਕਲ ਲਿਖ ਕੇ, ਸਪੀਚ ਦੇ ਕੇ, ਮੀਟਿੰਗਸ ਕਰਕੇ, ਪੋਸਟਰ ਲਗਾ ਕੇ ਔਰ ਸਟਰੀਟਸ ਦੇ ਵਿੱਚ ਨਾਟਕ ਖੇਡ ਕੇ। ਸੋ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਕਿ ਔਰਤਾਂ ਦੀ ਰਿਸਪੈਕਟ ਕਰੋ। they also give advice, information and sometimes money and legal support to women to help them deal with their problems। ਸੋ ਐਸੇ ਸਮਾਜ ਸੇਵੀ ਨੇ ਜਿਹੜੇ ਕਿ ਔਰਤਾਂ ਨੂੰ ਇਨਫੋਰਮੇਸ਼ਨ ਦਿੰਦੇ ਨੇ ਉਹਨਾਂ ਦੇ ਰਾਈਟਸ ਬਾਰੇ, ਉਹਨਾਂ ਨੂੰ ਮਨੀ ਵੀ ਦੇ ਦਿੰਦੇ ਨੇ ਲੋੜ ਪੈਣ 'ਤੇ, ਔਰ ਉਹਨਾਂ ਨੂੰ ਲੀਗਲ ਸਲਾਹ ਵੀ ਦੇ ਦਿੰਦੇ ਨੇ ਕਿ ਤੁਹਾਡੀਆਂ ਪ੍ਰੋਬਲਮਸ ਕਿਵੇਂ ਦੂਰ ਹੋਣਗੀਆਂ। this enables many women to know and exercise their rights। ਔਰ ਇਸ ਸਭ ਦੇ ਬਾਵਜੂਦ ਕੀ ਹੋਇਆ ਕਿ ਔਰਤਾਂ ਨੂੰ ਅੱਜ ਆਪਣੇ ਰਾਈਟਸ ਬਾਰੇ ਪਤਾ ਚੱਲ ਰਿਹਾ ਹੈ ਔਰ ਉਹ ਆਪਣੇ ਰਾਈਟਸ ਦੀ ਡਿਮਾਂਡ ਕਰ ਰਹੀਆਂ ਨੇ
ਸੋ ਹਾਲਾਤ ਬਦਲ ਰਹੇ ਨੇ, ਆਉਣ ਵਾਲੇ ਟਾਈਮ 'ਚ ਹੋਰ ਬਦਲਣਗੇ, ਔਰ ਔਰਤਾਂ ਜਿਹੜੀਆਂ ਨੇ ਅਸੀਂ ਦੇਖ ਰਹੇ ਹਾਂ ਕਿ ਬਾਹਰ ਆ ਰਹੀਆਂ ਨੇ ਘਰਾਂ ਤੋਂ, ਜੋਬ ਕਰ ਰਹੀਆਂ ਨੇ, ਐਜੂਕੇਸ਼ਨ ਲੈ ਰਹੀਆਂ ਨੇ, ਔਰ ਜ਼ਿੰਦਗੀ ਦੇ ਹਰ ਫੀਲਡ ਦੇ ਵਿੱਚ ਅੱਗੇ ਜਾ ਰਹੀਆਂ ਨੇ। ਸੋ that's all for today and the chapter is finished. Thank you.